ਐਕਸਪਲਿਸਿਟ ਇਵੈਲੂਏਸ਼ਨ ਇਹ ਅਸੀਂ ਪਹਿਲਾਂ ਹੀ ਕੀਤਾ ਹੈ। ਅਤੇ ਇਸੇ ਤਰ੍ਹਾਂ ਤੁਸੀਂ ਇਸ ਨੂੰ ਪੀ ਸਕੁਏਅਰ ਵੀ ਕਰ ਸਕਦੇ ਹੋ ਅਤੇ ਤੁਸੀਂ ਪੁਸ਼ਟੀ ਕਰ ਸਕਦੇ ਹੋ ਕਿ ਉਹ ਪ੍ਰੋਡਕਟ ਨੂੰ ਸੰਤੁਸ਼ਟ ਕਰਦੇ ਹਨ ਜੋ h ਕ੍ਰਾਸ ਬਾਈ ਓਮੇਗਾ ਤੋਂ ਵੱਧ ਜਾਂ ਬਰਾਬਰ ਹੁੰਦਾ ਹੈ। n ਬਰਾਬਰ 0 h ਕ੍ਰਾਸ ਬਾਈ 2 ਲਈ ਕੀ ਹੁੰਦਾ ਹੈ? ਤੁਹਾਨੂੰ ਇਹ ਇਕੁਆਲਿਟੀ ਮਿਲਦੀ ਹੈ। ਉਹ ਕਿਹੜੀਆਂ ਸਟੇਟਸ ਹਨ ਜੋ ਇਕੁਆਲਿਟੀ ਨੂੰ ਸੰਤੁਸ਼ਟ ਕਰਦੀਆਂ ਹਨ? ਉਹਨਾਂ ਨੂੰ ਮਿਨੀਮਲ ਅਨਸਰਟਨਟੀ ਸਟੇਟਸ ਕਿਹਾ ਜਾਂਦਾ ਹੈ। ਠੀਕ ਹੈ, ਇਹ ਅਨਸਰਟਨਟੀ ਕੀ ਹੈ? ਮੈਨੂੰ ਯਕੀਨ ਹੈ ਕਿ ਤੁਸੀਂ ਸਭ ਪਿਕਟੋਰੀਅਲੀ ਜਾਣਦੇ ਹੋ ਕਿ ਅਨਸਰਟਨਟੀ ਕੀ ਹੈ। ਜੇਕਰ ਤੁਸੀਂ ਕਲਾਸੀਕਲ ਮਕੈਨਿਕਸ ਨੂੰ ਮੋਮੈਂਟਮ ਅਤੇ ਐਕਸ ਦੇ ਰੂਪ ਵਿੱਚ ਲੈਂਦੇ ਹੋ ਤਾਂ ਸਪੇਸ ਨੂੰ ਫੇਜ਼ ਸਪੇਸ ਰਾਈਟ ਕਿਹਾ ਜਾਂਦਾ ਹੈ। ਆਮ ਤੌਰ ਤੇ ਕੁਆਂਟਮ ਮਕੈਨਿਕਸ ਵਿੱਚ ਇੱਥੇ ਮੰਨ ਲਓ ਮੈਂ ਕੀ ਕਹਿਣਾ ਚਾਹੁੰਦੀ ਹਾਂ, ਮੰਨ ਲਓ ਕਿ ਮੈਂ ਫੇਜ਼ ਸਪੇਸ ਵਿੱਚ ਪੁਆਇੰਟ origin ਨੂੰ ਪਿਨ ਕਰਨਾ ਚਾਹੁੰਦੀ ਹਾਂ ਜੋ ਕਲਾਸੀਕਲ ਮਕੈਨਿਕਸ ਵਿੱਚ ਠੀਕ ਹੈ ਕਿਉਂਕਿ ਤੁਸੀਂ ਨਾਲ ਹੀ ਉਸੇ ਸਮੇਂ ਤੇ ਐਕਸ ਅਤੇ ਪੀ ਨੂੰ ਡਿਟਰਮਿਨ ਕਰ ਸਕਦੇ ਹੋ। ਪਰ ਕੁਆਂਟਮ ਮਕੈਨਿਕਸ ਵਿੱਚ ਤੁਹਾਡੇ ਕੋਲ ਇੱਕ ਕਿਸਮ ਦੀ ਹੈਜੀਨੈਸ ਹੈ। ਠੀਕ ਹੈ, ਉਹ ਏਰੀਆ h ਕ੍ਰਾਸ ਬਾਈ 2 ਤੋਂ ਵੱਧ ਜਾਂ ਬਰਾਬਰ ਹੋਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ origin ਤੇ ਬਿਲਕੁਲ 0 ਤੇ ਹਾਂ, ਪਰ ਮੇਰੇ ਕੋਲ ਹੈਜੀਨੈਸ ਹੋਵੇਗੀ ਜਿੱਥੇ ਮੈਂ ਕਹਾਂਗੀ ਕਿ ਇਹ origin ਪਲਸ ਡੈਲਟਾ ਐਕਸ ਹੈ ਅਤੇ ਇਸੇ ਤਰ੍ਹਾਂ ਮੋਮੈਂਟਮ ਪਲਸ ਡੈਲਟਾ ਪੀ ਲਈ origin ਹੈ ਜਿਵੇਂ ਕਿ ਡੈਲਟਾ ਐਕਸ ਡੈਲਟਾ ਪੀ ਹਾਫ h ਕ੍ਰਾਸ ਬਾਈ 2 ਤੋਂ ਵੱਧ ਜਾਂ ਬਰਾਬਰ ਹੋਣਾ ਚਾਹੀਦਾ ਹੈ। ਜਦੋਂ ਇਹ ਬਰਾਬਰ ਹੋ ਜਾਂਦਾ ਹੈ ਤਾਂ ਇਹ ਖੇਤਰ ਇੱਕ ਮਿਨੀਮਲ ਖੇਤਰ ਹੋਵੇਗਾ। ਠੀਕ, ਜਿਸ ਵਿੱਚ ਦੋਵੇਂ ਡੈਲਟਾ ਐਕਸ ਅਤੇ ਡੈਲਟਾ ਪੀ ਬਰਾਬਰ ਲੇਗਸ ਹਨ। ਜੇਕਰ ਤੁਸੀਂ ਲੈਂਦੇ ਹੋ ਇਹ ਇੱਕ ਸਰਕਲ ਹੈ, ਇਹ ਇੱਕ ਇਲਿਪਸ ਵੀ ਹੋ ਸਕਦਾ ਹੈ। ਤੁਹਾਡੇ ਕੋਲ ਅਜਿਹੀਆਂ ਸਥਿਤੀਆਂ ਹੋ ਸਕਦੀਆਂ ਹਨ ਜਿੱਥੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਅਜਿਹਾ ਕੁਝ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਅਜਿਹਾ ਕੁਝ ਹੈ ਤਾਂ ਅਸੀਂ ਕੁਝ ਜ਼ਿਆਦਾ ਸਰਟੇਨ ਕਹਿੰਦੇ ਹਾਂ। ਕਿਹੜੀ ਚੀਜ਼ ਵਧੇਰੇ ਸਰਟੇਨ ਹੈ? ਡੈਲਟਾ ਐਕਸ ਡੈਲਟਾ ਪੀ ਤੋਂ ਘੱਟ ਹੈ। ਠੀਕ, ਇਹ ਡੈਲਟਾ ਐਕਸ ਹੈ। ਇਹ ਇੱਕ ਡੈਲਟਾ ਪੀ ਹੈ। ਤੁਹਾਡੇ ਕੋਲ ਇੱਕ ਹੋਰ ਕੇਸ ਹੋ ਸਕਦਾ ਹੈ ਜਿੱਥੇ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਹੋ ਸਕਦਾ ਹੈ। ਅਨਸਰਟਨਟੀ ਖੇਤਰ ਹੇਜ਼ੀ ਖੇਤਰ ਵਿੱਚ ਡੈਲਟਾ ਪੀ ਤੋਂ ਵੱਧ ਡੈਲਟਾ ਐਕਸ ਹੈ। ਜੇਕਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੋਜੀਸ਼ਨ ਵਿੱਚ ਬਹੁਤ ਘੱਟ ਗਲਤੀ ਹੈ, ਮੰਨ ਲਓ ਕਿ ਮੈਂ ਕਹਿੰਦੀ ਹਾਂ ਕਿ ਪੋਜੀਸ਼ਨ ਵਿੱਚ ਬਹੁਤ ਘੱਟ ਗਲਤੀ ਹੈ ਜਾਂ ਮੈਂ ਵਿਵਹਾਰ ਨੂੰ ਬਰਾਬਰ ਮਾਪ ਸਕਦੀ ਹਾਂ ਜੋ ਅਨਸਰਟਨਟੀ ਸਹੀ ਹੈ ਡੈਲਟਾ ਪੀ ਤੋਂ ਘੱਟ ਡੈਲਟਾ ਐਕਸ ਵਾਲਾ ਇੱਕ ਸਹੀ ਹੈ। ਜੇਕਰ ਮੈਂ ਕਹਾਂ ਕਿ ਵੇਵ ਇਸ ਦੀ ਇੱਕ ਸਿੰਗਲ ਡੀ ਬਰੋਏ ਵੇਵ ਹੈ ਜਿਸ ਦੀ ਲਗਭਗ ਇੱਕੋ ਵੇਵ ਲੈਂਥ ਹੈ ਤਾਂ ਇਹ ਡੈਲਟਾ ਪੀ ਹੈ ਜੋ ਜ਼ਿਆਦਾ ਹੈ। ਇਸ ਲਈ ਤੁਹਾਨੂੰ ਇਹ ਦੇਖਣ ਦੀ ਲੋੜ ਹੈ ਕਿ ਇਸ ਦਾ ਖੇਤਰਫਲ ਇਸ ਨੂੰ ਅਤੇ ਇਕੁਆਲਿਟੀ ਸਾਈਨ ਨੂੰ ਸੰਤੁਸ਼ਟ ਕਰੇਗਾ। ਇਹ ਉਦੋਂ ਵੀ ਕੀਤਾ ਜਾ ਸਕਦਾ ਹੈ ਜਦੋਂ ਡੈਲਟਾ ਐਕਸ ਅਤੇ ਡੈਲਟਾ ਪੀ ਦੋਵੇਂ ਬਰਾਬਰ ਹੋਣ। ਫਿਰ ਇਹ ਉਹ ਹੈ ਜੋ ਇਸ ਨੂੰ ਇੱਕ ਸਰਕਲ ਖੇਤਰ ਕਿਹਾ ਜਾਏਗਾ। ਠੀਕ ਹੈ, ਪਰ ਜੇਕਰ ਤੁਹਾਡੇ ਕੋਲ ਡੈਲਟਾ ਐਕਸ ਅਤੇ ਡੈਲਟਾ ਪੀ ਅਸਮਾਨ ਹੋਣ ਤਾਂ ਇਹ ਵੱਖ-ਵੱਖ ਕਿਸਮਾਂ ਹਨ ਜਿਨ੍ਹਾਂ ਨੂੰ ਅਸੀਂ ਸਕਵੀਜਿੰਗ ਕਹਿੰਦੇ ਹਾਂ। ਠੀਕ ਹੈ, ਜਦੋਂ ਤੁਸੀਂ ਆਪਟਿਕਸ ਕਰਦੇ ਹੋ ਤਾਂ ਬਹੁਤ ਜ਼ਿਆਦਾ ਰੇਲੇਵੈਂਸ ਹੁੰਦੀ ਹੈ। ਇੱਥੇ ਇਹ ਸਕਵੀਜਿੰਗ ਸਟੇਟਸ ਹੁੰਦੀਆਂ ਹਨ। ਤੁਸੀਂ ਸ਼ੋਰ ਨੂੰ ਘੱਟ ਕਰਨਾ ਚਾਹੁੰਦੇ ਹੋ। ਠੀਕ, ਇਸ ਲਈ ਤੁਸੀਂ ਇਲੈਕਟ੍ਰੋਮੈਗਨੈਟਿਕ ਵੇਵ ਦੇ ਸ਼ੋਰ ਘਟਾਉਣ ਦੀ ਕੋਸ਼ਿਸ਼ ਕਰਦੇ ਹੋ ਜਿੱਥੇ ਹਾਰਮੋਨਿਕ ਔਸੀਲੇਟਰਾਂ ਨਾਲ ਬਹੁਤ ਸਾਰੇ ਕਨੈਕਸ਼ਨ ਹੁੰਦੇ ਹਨ। ਮੈਨੂੰ ਬਹੁਤ ਡੂੰਘਾਈ ਵਿੱਚ ਨਹੀਂ ਜਾਣਾ ਚਾਹੀਦਾ, ਪਰ ਜੋ ਕੋਈ ਦਿਲਚਸਪੀ ਰੱਖਦਾ ਹੈ ਇਹ ਦੇਖ ਸਕਦਾ ਹੈ ਕਿ ਕੁਝ ਸਟੇਟਸ ਦੁਆਰਾ ਮਿਨੀਮਲ ਅਨਸਰਟਨਟੀ ਸਟੇਟਸ ਸੰਤੁਸ਼ਟ ਹਨ ਅਤੇ ਤੁਸੀਂ ਐਂਪਲੀਟਿਊਡ ਜਾਂ ਇਲੈਕਟ੍ਰੋਮੈਗਨੈਟਿਕ ਵੇਵ ਦੇ ਫੇਜ਼ ਵਿੱਚ ਨॉइस ਨੂੰ ਘੱਟ ਕਰਨ ਲਈ ਸਕਵੀਜਿੰਗ ਕਰ ਸਕਦੇ ਹੋ ਅਤੇ ਇਹ ਅਸਲ ਵਿੱਚ ਬਹੁਤ ਲਾਭਦਾਇਕ ਹੈ। ਠੀਕ ਹੈ, ਇਸ ਲਈ ਫਿਰ ਆਉਂਦਾ ਹੈ ਹਾਈਜ਼ਨਬਰਗ ਪਿਕਚਰ ਵਿੱਚ ਆਪਰੇਟਰਾਂ ਲਈ ਵਿਕਾਸ ਇਕੁਏਸ਼ਨ ਲਿਖਣਾ ਜਿਸ ਨੂੰ ਅਸੀਂ ਕਿਸੇ ਵੀ ਆਪਰੇਟਰ ਨੂੰ ਦੇਖਿਆ ਹੈ। ਜੇਕਰ ਇਹ ਸਪਸ਼ਟ ਤੌਰ ਤੇ ਇੱਕ ਐਕਸਪਲਿਸਿਟ ਟਾਈਮ ਇੰਡੀਪੈਂਡੈਂਟ ਹੈ ਤਾਂ ਕੋਈ ਐਕਸਪਲਿਸਿਟ ਟਾਈਮ ਡਿਪੈਂਡੈਂਸ ਨਹੀਂ ਹੈ। ਅਜਿਹੇ ਮਾਮਲਿਆਂ ਲਈ ਤੁਸੀਂ ਇੱਕ
ਹੈਮਿਲਟੋਨੀਅਨ H ਦੁਆਰਾ ਦਿੱਤੇ ਸਿਸਟਮ ਲਈ ਸ਼ਾਮਲ ਆਪਰੇਟਰ ਦਾ ਟਾਈਮ ਇਵੋਲੂਸ਼ਨ ਲਿਖ ਸਕਦੇ ਹੋ, ਜੋ ਇਸ ਦੁਆਰਾ ਦਿੱਤਾ ਗਿਆ ਹੈ। ਇਸ ਵਿੱਚ ਇੱਕ ਪ੍ਰੀਖਿਆ ਪ੍ਰੋਬਲਮ ਵੀ ਕੀਤੀ ਗਈ ਹੈ। ਇਹ ਤੁਹਾਡੇ ਲਈ ਹਾਰਮੋਨਿਕ ਓਸੀਲੇਟਰ ਦੀ ਜਾਂਚ ਕਰਨ ਲਈ ਹੈ। ਇਹ ਤੁਹਾਡੀਆਂ ਜਾਣੀਆਂ ਪਛਾਣੀਆਂ ਕਲਾਸੀਕਲ ਇਕੁਏਸ਼ਨ ਹਨ, ਜੋ ਹਾਈਜ਼ਨਬਰਗ ਪਿਕਚਰ ਵਿੱਚ ਆਪਰੇਟਰ ਇਕੁਏਸ਼ਨ ਦੁਆਰਾ ਰਿਪਰੋਡਿਊਸ ਕੀਤੀਆਂ ਗਈਆਂ ਹਨ। ਜੇਕਰ ਮੈਂ ਤੁਹਾਨੂੰ ਸ਼ਰੋਡਿੰਗਰ ਪਿਕਚਰ ਕਰਨ ਲਈ ਕਹਾਂ ਤਾਂ ਕੀ ਰਹੇਗਾ? ਅਰਨਫੈਸਟ ਥਿਓਰਮ ਤੁਹਾਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਇੱਕ ਐਕਸਪੈਕਟੇਸ਼ਨ ਵੈਲਿਊਜ਼ ਦੀ ਪਾਲਣਾ ਕਰਦੇ ਹੋ, ਠੀਕ ਹੈ, ਕਿਉਂਕਿ ਸਟੇਟਸ ਉਹ ਹਨ ਜੋ ਟਾਈਮ ਦੇ ਨਾਲ ਇਵੋਲਵਸ ਹੁੰਦੇ ਹਨ। ਕਿਉਂਕਿ ਮੈਂ ਲਿਖ ਰਹੀ ਹਾਂ, ਇਹ ਹਾਈਜ਼ਨਬਰਗ ਪਿਕਚਰ ਹੈ, ਤੁਸੀਂ ਆਪਰੇਟਰ ਇਕੁਏਸ਼ਨ ਲਿਖ ਸਕਦੇ ਹੋ, ਅਤੇ ਇਸ ਤਰ੍ਹਾਂ ਆਪਰੇਟਰ ਇਕੁਏਸ਼ਨ ਤੁਹਾਡੇ ਜਾਣੇ ਪਛਾਣੇ ਹਾਰਮੋਨਿਕ ਓਸੀਲੇਟਰ ਇਕੁਏਸ਼ਨ ਨਾਲ ਬਿਲਕੁਲ ਰਿਸੇਮਬਲ ਹੋਵੇਗਾ। ਕੀ ਇਹ ਠੀਕ ਹੈ? ਪਰ ਕਿਰਪਾ ਕਰਕੇ ਚੈੱਕ ਕਰੋ। ਮੈਂ ਇਸਨੂੰ ਇੱਥੇ ਤੁਹਾਡੇ ਚੈੱਕ ਲਈ ਦਿੱਤਾ ਹੈ। ਇੱਥੇ p ਆਪਰੇਟਰ ਨਾਲ ਸਬਸਟੀਟਿਊਟ ਕਰੋ ਅਤੇ ਇਸਨੂੰ ਚੈੱਕ ਕਰੋ। ਇਸੇ ਤਰ੍ਹਾਂ ਤੁਸੀਂ ਇਹ ਵੀ ਦਿਖਾ ਸਕਦੇ ਹੋ ਕਿ dx/dt ਵੈਲੋਸਿਟੀ ਦੇ ਪ੍ਰੋਪੋਰਸ਼ਨਲ ਹੈ ਅਤੇ ਤੁਸੀਂ ਇਸਨੂੰ ਇਸ ਟਰਮਜ਼ ਵਿੱਚ ਲਿਖ ਸਕਦੇ ਹੋ। ਇਹ ਅਰਨਫੈਸਟ ਥਿਓਰਮ ਹੈ। ਪਰ ਤੁਸੀਂ ਦੇਖਦੇ ਹੋ ਕਿ ਇਹ ਦੋ ਕਪਲਡ ਇਕੁਏਸ਼ਨ ਹਨ। ਇਹ ਦੋਵੇਂ ਦੋ ਕਪਲਡ ਇਕੁਏਸ਼ਨ ਹਨ। p x ਨਾਲ ਸੰਬੰਧਿਤ x p ਨਾਲ ਸੰਬੰਧਿਤ। ਪਰ ਜੇਕਰ ਤੁਸੀਂ x + ip ਅਤੇ x - ip ਲਿਖਦੇ ਹੋ, ਜੋ ਤੁਹਾਡੇ ਲੈਡਰ ਆਪਰੇਟਰਸ ਹਨ, ਦਿਲਚਸਪ ਗੱਲ ਇਹ ਹੈ ਕਿ ਇਹ ਇਕੁਏਸ਼ਨ ਦੋਨਾਂ ਲਈ ਇੱਕ ਡੀਕਪਲਡ ਇਕੁਏਸ਼ਨ ਜਾਂ ਅਨਕਪਲਡ ਇਕੁਏਸ਼ਨ ਵਾਂਗ ਬਣ ਜਾਂਦੀ ਹੈ। ਬਹੁਤ ਵਧੀਆ, ਠੀਕ ਹੈ। ਸਾਨੂੰ ਇੱਕ ਅਨਕਪਲਡ ਇਕੁਏਸ਼ਨ ਮਿਲਦੀ ਹੈ। ਤੁਸੀਂ ਅਸਲ ਵਿੱਚ ਇਸ ਨੂੰ ਹੱਲ ਕਰ ਸਕਦੇ ਹੋ। ਵਿਚਾਰ ਇਸ ਨੂੰ ਹੱਲ ਕਰਨਾ ਹੈ। ਜੇਕਰ ਤੁਸੀਂ ਇਸ ਨੂੰ ਹੱਲ ਕਰਦੇ ਹੋ, ਤਾਂ ਤੁਸੀਂ ਇਨੀਸ਼ੀਅਲ ਟਾਈਮ ਨੂੰ 0 ਦੇ ਰੂਪ ਵਿੱਚ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ, ਅਤੇ ਕਿਰਪਾ ਕਰਕੇ ਪੁਸ਼ਟੀ ਕਰੋ ਕਿ ਇਹ 0 ਇੱਕ ਪਹਿਲੀ ਆਰਡਰ ਇਕੁਏਸ਼ਨ ਹੈ। ਇੱਥੇ ਇਹ ਲੌਗ ਫੰਕਸ਼ਨ ਹੋਵੇਗਾ, ਅਤੇ ਮੈਨੂੰ i⍵t ਦੀ ਲੋੜ ਪਵੇਗੀ। ਦੇਖੋ, ਤੁਸੀਂ ਇਹ ਗੁਣਾ t ਨੂੰ a ਗੁਣਾ 0 ਟਾਈਮਜ਼ ਐਕਸਪੋਨੈਂਸ਼ੀਅਲ ਦੇ ਰੂਪ ਵਿੱਚ ਨੂੰ ਲਿਖ ਸਕਦੇ ਹੋ। ਉਮੀਦ ਹੈ ਕਿ ਮੈਂ ਇਸ ਚਿੰਨ੍ਹ ਵਿੱਚ ਕੋਈ ਗਲਤੀ ਨਹੀਂ ਕੀਤੀ ਹੈ। ਕਿਰਪਾ ਕਰਕੇ ਚੈੱਕ ਕਰੋ ਅਤੇ ਮੈਨੂੰ ਦੱਸੋ। ਇਹ ਉਹ ਹੈ ਜੋ ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਇਹ ਕਿੰਨਾ ਸੁੰਦਰ ਹੈ ਕਿ ਜਦੋਂ ਮੈਂ ਉਸ ਇਕੁਏਸ਼ਨ ਦੀ ਵਰਤੋਂ ਕਰਕੇ x ਲਿਖਣ ਲਈ x ਅਤੇ p ਪੂਰਾ ਕੀਤਾ। x ਪਤਾ ਕਰਨ ਲਈ ਤੁਸੀਂ ਕੀ ਕਰੋਗੇ? ਤੁਸੀਂ ਲਿਖਿਆ ਹੋਵੇਗਾ e⁻ h x 0, ਠੀਕ ਹੈ। ਅਤੇ ਇਹ ਕਰਨਾ ਬਹੁਤ ਜ਼ਿਆਦਾ ਔਖਾ ਹੈ, ਜਦੋਂ ਕਿ ਮੈਂ ਲਿਖਿਆ ਹੈ ਕਿ t ਗੁਣਾ a ਕੀ ਹੈ। ਟਾਈਮ ਕੀ ਹੈ? t ਗੁਣਾ a ਪ੍ਰਾਪਤ ਕਰਨ ਤੋਂ ਬਾਅਦ ਮੈਂ ਦੱਸ ਸਕਦੀ ਹਾਂ ਕਿ t ਗੁਣਾ x ਕੀ ਹੈ। ਇਸੇ ਤਰ੍ਹਾਂ ਮੈਂ t ਗੁਣਾ ਡੈਗਰ ਵੀ ਲਿਖ ਸਕਦੀ ਹਾਂ। ਜਦੋਂ ਕਿ ਇੱਥੇ ਜਦੋਂ ਤੁਹਾਨੂੰ ਇਹ ਕਰਨਾ ਹੁੰਦਾ ਹੈ ਤਾਂ ਇਹ ਵੀ ਕੀਤਾ ਜਾ ਸਕਦਾ ਹੈ। ਇਹ ਸਹੀ ਹੋਣਾ ਚਾਹੀਦਾ ਹੈ। ਦੋਵੇਂ ਵਿਧੀਆਂ ਨਾਲ ਇੱਕੋ ਜਵਾਬ ਆਉਣਾ ਚਾਹੀਦਾ ਹੈ। ਇਹ ਸਿਰਫ ਔਖਾ ਹੋ ਜਾਂਦਾ ਹੈ ਜਦੋਂ ਕਿ ਇੱਕ ਡੀਕਪਲਡ ਇਕੁਏਸ਼ਨ ਕਾਰਨ ਤੁਸੀਂ ਕਿਸੇ ਵੀ ਟਾਈਮ ਲੈਡਰ ਆਪਰੇਟਰ ਦਾ ਸੋਲਿਊਸ਼ਨ ਪ੍ਰਾਪਤ ਕਰ ਸਕਦੇ ਹੋ। ਤੁਸੀਂ ਇੱਕ ਲੀਨੀਅਰ ਸੁਪਰਪੋਜ਼ਿਸ਼ਨ ਲੈ ਸਕਦੇ ਹੋ। a ਗੁਣਾ t ਦਾ ਡੈਗਰ t ਗੁਣਾ x ਦੇ ਪ੍ਰੋਪੋਰਸ਼ਨਲ ਹੋਵੇਗਾ। ਠੀਕ ਹੈ। ਇਸ ਲਈ t ਡੈਗਰ 0 ਡੈਗਰ ਹੈ, ਉੱਥੇ a + i⍵t। ਇੱਥੇ ਨੈਗੇਟਿਵ ਚਿੰਨ੍ਹ ਦੇਖ ਸਕਦੇ ਹੋ। ਅਤੇ ਤੁਸੀਂ ਇਹਨਾਂ ਦੋ ਸੋਲਿਊਸ਼ਨਸ ਤੋਂ ਪੜ੍ਹ ਸਕਦੇ ਹੋ ਕਿ x ਕੀ ਹੈ। a + a ਡੈਗਰ t ਲੈ ਕੇ, ਅਤੇ ਇਸੇ ਤਰ੍ਹਾਂ p। ਤਾਂ ਤੁਸੀਂ ਇਸ ਨੂੰ ਕਿਵੇਂ ਪੜ੍ਹਦੇ ਹੋ? ਮੈਂ ਇੱਥੇ t ਗੁਣਾ x ਭਰਿਆ ਹੈ। ਹੋ ਸਕਦਾ ਹੈ ਕਿ ਮੈਂ ਹਾਫ ਫੈਕਟਰ ਛੱਡ ਲਿਆ ਹੋਵੇ ਜਾਂ ਇਹ ਸਹੀ ਹੈ। ਅਤੇ ਫਿਰ ਤੁਸੀਂ ਇਹ ਡੈਗਰ ਆਪਰੇਟਰ ਦੇ ਟਾਈਮ ਇਵੋਲੂਸ਼ਨ ਲਈ ਸਬਸਟੀਟਿਊਟ ਕਰਦੇ ਹੋ। ਅਸੀਂ ਹੋਰ ਕੀ ਕਰ ਸਕਦੇ ਹਾਂ? ਤੁਸੀਂ i⍵t ਦੇ ਇਸ ਐਕਸਪੋਨੈਂਸ਼ੀਅਲ ਨੂੰ cos⍵t + i sin⍵t ਦੇ ਰੂਪ ਵਿੱਚ ਲਿਖ ਸਕਦੇ ਹੋ। ਇਸ ਲਈ ਤੁਹਾਡੇ ਕੋਲ cos⍵t ਦੇ ਨਾਲ 0 ਡੈਗਰ ਹੋਵੇਗਾ, ਅਤੇ ਤੁਹਾਡੇ ਕੋਲ sin⍵t ਦੇ ਨਾਲ a0 ਦੇ ਨੈਗੇਟਿਵ a ਦੇ ਨਾਲ ਇੱਕ ਡੈਗਰ ਹੋਵੇਗਾ। ਇਹ ਟਰਮ ਪਹਿਲੇ ਦੀ ਤਰ੍ਹਾਂ t ਬਰਾਬਰ 0 ਦੇ ਸਮਾਨ ਨਹੀਂ ਹੈ, ਇਸ ਲਈ ਤੁਸੀਂ ਇਸ ਨੂੰ 0x ਦੇ ਰੂਪ ਵਿੱਚ ਲਿਖ ਸਕਦੇ ਹੋ।
ਇਸ ਧਰਮ ਬਾਰੀਕੀ ਇਹ P ਦਾ ਹੋਵੇਗਾ, ਇਹ P ਗੁਣਾ 0 ਦੇ ਪ੍ਰੋਪੋਰਸ਼ਨਲ ਹੋਵੇਗਾ। ਇਸ ਲਈ ਹਾਰਮੋਨਿਕ ਓਸੀਲੇਟਰ ਹੈਮਿਲਟੋਨੀਅਨ ਲਈ ਪੋਜੀਸ਼ਨ ਆਪਰੇਟਰ ਲਈ ਸਾਡੇ ਹਾਈਜ਼ਨਬਰਗ ਇਵੋਲੂਸ਼ਨ ਨੂੰ ਕੀਤੇ ਬਿਨਾਂ ਕਿਸੇ ਵੀ ਕੋਸ਼ਿਸ਼ ਦੇ ਬਿਨਾਂ ਮੈਂ ਲੈਡਰ ਆਪਰੇਟਰਸ ਲਈ ਟਾਈਮ ਦੇ ਇਵੋਲੂਸ਼ਨ ਦੀ ਵਰਤੋਂ ਕੀਤੀ। ਠੀਕ। ਅਤੇ ਮੈਂ ਇਸ ਪੋਜੀਸ਼ਨ ਆਪਰੇਟਰਸ ਦੇ ਟਾਈਮ ਇਵੋਲੂਸ਼ਨ ਨੂੰ ਪੜ੍ਹ ਸਕਦੀ ਹਾਂ। ਤਾਂ x0 ਨੂੰ ਇਹ 0p ਹੋਣ ਲਈ ਤੇ ਇਸ ਨੂੰ ਇਹ ਬਣਾਉਣ ਲਈ ਵਰਤੋ। ਅਤੇ ਤੁਸੀਂ ਇਸ xt ਨੂੰ ਇਸ ਤਰ੍ਹਾਂ ਪੜ੍ਹ ਸਕਦੇ ਹੋ ਕਿ cos ਓਮੇਗਾ t ਗੁਣਾ x ਪਲਸ ਮਾਫ ਕਰਨਾ ਇੱਥੇ ਬ੍ਰੈਕਟ ਹੈ 1/m ਓਮੇਗਾ ਗੁਣਾ p0 sin ਓਮੇਗਾ t। ਇਹ ਬਿਲਕੁਲ ਤੁਹਾਡੇ ਕਲਾਸੀਕਲ ਫਿਜ਼ਿਕਸ ਦੀ ਤਰ੍ਹਾਂ ਹੈ। ਕਲਾਸੀਕਲ ਓਸੀਲੇਟਰ xt ਦੇ ਫੰਕਸ਼ਨ ਦੇ ਰੂਪ ਵਿੱਚ ਜੋ ਕਿ ਓਸੀਲੇਸ਼ਨ ਹੈ ਬਿਲਕੁਲ ਇਸ ਤਰ੍ਹਾਂ ਹੈ। ਪਰ ਜੇਕਰ ਤੁਸੀਂ ਦੋਵੇਂ ਪਾਸੇ ਨੰਬਰ ਸਟੇਟ ਤੇ ਐਕਸਪੈਕਟੇਸ਼ਨ ਵੈਲਿਊ ਲੱਭਦੇ ਹੋ ਤਾਂ ਇਹ ਬਣੇਗਾ ਨੰਬਰ ਆਈਗਨ ਸਟੇਟ 0 ਤੇ x ਆਪਰੇਟਰ p ਆਪਰੇਟਰ ਨੰਬਰ ਆਈਗਨ ਸਟੇਟ 0 ਹੈ। ਇਸ ਲਈ t ਗੁਣਾ x ਦੀ ਐਕਸਪੈਕਟੇਸ਼ਨ ਵੈਲਿਊ ਤੁਹਾਨੂੰ ਸਟੇਸ਼ਨਰੀ ਸਟੇਟ ਤੇ ਬਿਲਕੁਲ ਵੀ ਟਾਈਮ ਇਵੋਲੂਸ਼ਨ ਨਹੀਂ ਦਿੰਦਾ ਹੈ। ਇਸੇ ਤਰ੍ਹਾਂ ਮੈਂ p ਗੁਣਾ t ਲਈ ਉਹੀ ਅਭਿਆਸ ਦੁਬਾਰਾ ਤੁਹਾਡੇ ਕਰਨ ਲਈ ਛੱਡ ਦਿਆਂਗੀ। ਕਿਰਪਾ ਕਰਕੇ ਇਸ ਨੂੰ ਕਰੋ ਅਤੇ ਪੁਸ਼ਟੀ ਕਰੋ ਕਿ ਇਹ ਜਵਾਬ ਠੀਕ ਹੈ। ਮੈਂ ਇਸ ਨੂੰ x ਗੁਣਾ t ਲਈ ਇਲੈਬੋਰੇਟ ਕੀਤਾ ਹੈ। ਮੈਂ ਮੰਨਦੀ ਹਾਂ ਕਿ ਤੁਸੀਂ t ਗੁਣਾ p ਦੁਬਾਰਾ ਕਰੋਗੇ ਅਤੇ ਕਿਰਪਾ ਕਰਕੇ ਜਾਂਚ ਕਰੋ ਕਿ ਤੁਹਾਨੂੰ ਜਵਾਬ ਮਿਲਿਆ ਹੈ। ਸਿਰਫ ਤੁਹਾਨੂੰ ਦਿਖਾਉਣ ਲਈ ਤੁਸੀਂ ਇਸ ਰਸਮੀ ਆਪਰੇਟਰ ਇਵੋਲੂਸ਼ਨ ਦੀ ਵਰਤੋਂ ਕਰਦੇ ਹੋਏ t ਗੁਣਾ x ਸਿੱਧਾ ਵੀ ਕਰ ਸਕਦੇ ਹੋ। ਤੁਸੀਂ ਅਜਿਹਾ ਕਰ ਸਕਦੇ ਹੋ ਅਤੇ ਪੁਸ਼ਟੀ ਕਰ ਸਕਦੇ ਹੋ ਕਿ ਕੀ ਦੋਵੇਂ ਸਹੀ ਹਨ। ਤੁਸੀਂ ਲੇਮਾ ਦੀ ਵਰਤੋਂ ਕਰੋ ਜਿਸਨੂੰ ਇਸ ਬੇਕਰ ਹਾਊਸਡੋਰਫ ਲੇਮਾ ਕਿਹਾ ਜਾਂਦਾ ਹੈ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਯਾਦ ਰੱਖੋ ਕਿ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਸ ਨੂੰ ਆਪਣੀ ਫਾਰਮੂਲਾ ਸ਼ੀਟ ਵਿੱਚ ਲਿਖ ਸਕਦੇ ਹੋ। ਪਰ ਯਾਦ ਰੱਖੋ ਕਿ ਜਦੋਂ ਤੁਹਾਡੇ ਕੋਲ ਇਹ ਯੂ ਡੈਗਰ ਆਪਰੇਟਰ ਹੈ ਅਤੇ ਇਹ ਯੂ ਦੀ t ਲਈ ਹੋਣ ਦੀ ਜ਼ਰੂਰਤ ਨਹੀਂ ਹੋ ਸਕਦੀ ਹੈ। ਇਹ ਪੈਰਾਮੀਟਰ t ਸਿਰਫ ਇਸ ਨਾਲ ਸੰਪਰਕ ਕਰਨ ਲਈ ਹੈ। ਉੱਥੇ ਕੁਝ ਹੋਰ ਪੈਰਾਮੀਟਰ ਰੱਖੋ। ਕੋਈ ਹੋਰ ਕਨਸਟੈਂਟ t ਦੀ ਬਜਾਏ ਤੁਹਾਡੇ ਕੋਲ ਕੁਝ ਹੋਰ a ਜਾਂ b ਕੁਝ ਕਨਸਟੈਂਟ ਹੋ ਸਕਦੇ ਸਨ। ਪਰ ਜੋ ਵੀ ਕਨਸਟੈਂਟ ਤੁਸੀਂ ਇੱਥੇ ਪਾਉਂਦੇ ਹੋ ਕਿਰਪਾ ਕਰਕੇ ਇਸ ਨੂੰ ਇੱਥੇ ਵੀ ਲਿਖੋ। ਇਸ ਲਈ ਇਸ ਖਾਸ ਮਾਮਲੇ ਵਿੱਚ ਮੈਂ ਇਸ ਨੂੰ ਇੱਥੇ ਜਾਣੂ ਕਰਵਾਉਣ ਲਈ ਵਰਤਿਆ ਹੈ। ਤੁਹਾਡੇ ਕੋਲ ਇੱਕ ਨੀਟ ਐਕਸਪੈਂਸ਼ਨ ਹੈ। ਤੀਜੀ ਟਰਮ ਜੋ t ਇੰਡੀਪੈਂਡੈਂਟ ਹੈ ਉਹ ਆਪਰੇਟਰ ਹੈ। ਅਗਲੀ ਟਰਮ ਨੂੰ it ਨਾਲ ਮਲਟੀਪਲਾਈ ਕੀਤਾ ਜਾਵੇਗਾ। ਤੀਜਾ ਟਰਮ it ਸਕੁਏਅਰਡ ਬਟਾ 2 ਫੈਕਟੋਰੀਅਲ ਹੋਵੇਗਾ। ਅਤੇ ਇੱਥੇ ਕਮਿਊਟੇਟਰਾਂ ਦੀ ਇੱਕ ਸੀਰੀਜ਼ ਸ਼ਾਮਲ ਹੈ। ਇਸ ਲਈ ਇਹ ਇੱਕ ਇਨਫਾਈਨਾਈਟ ਸੀਰੀਜ਼ ਹੈ ਅਤੇ cos ਓਮੇਗਾ t ਦੀ ਵੀ ਇੱਕ ਇਨਫਾਈਨਾਈਟ ਸੀਰੀਜ਼ ਹੈ। ਤੁਸੀਂ ਜਾਣਦੇ ਹੋ ਕਿ cos ਓਮੇਗਾ t ਨੂੰ ਇਨਫਾਈਨਾਈਟ ਸੀਰੀਜ਼ ਵਜੋਂ ਕਿਵੇਂ ਲਿਖਣਾ ਹੈ ਕਿਉਂਕਿ ਓਮੇਗਾ t -1 ਹੈ। ਮਾਫ ਕਰਨਾ 1 ਓਮੇਗਾ t ਹੋਲ ਸਕੁਏਅਰਡ ਓਵਰ 2 ਫੈਕਟੋਰੀਅਲ ਓਮੇਗਾ t ਹੋਲ ਪਾਵਰ 4/4 ਫੈਕਟੋਰੀਅਲ। ਅਤੇ ਇਸ ਤਰ੍ਹਾਂ ਹੀ sin ਓਮੇਗਾ t ਵਿੱਚ ਵੀ ਇਹ ਹੈ। ਤੁਸੀਂ ਉਸ ਸੀਰੀਜ਼ ਦੇ ਟਰਮਜ਼ ਵਿੱਚ ਪਹਿਲਾਂ ਦੇ ਸੋਲਿਊਸ਼ਨ ਨੂੰ ਦੁਬਾਰਾ ਲਿਖ ਸਕਦੇ ਹੋ। ਤੁਸੀਂ ਆਰਡਰ ਬਾਏ ਆਰਡਰ ਤੁਲਨਾ ਕਰ ਸਕਦੇ ਹੋ ਜਾਂ ਸੀਰੀਜ਼ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਨੂੰ sin ਓਮੇਗਾ t ਅਤੇ cos ਓਮੇਗਾ t ਦੇ ਰੂਪ ਵਿੱਚ ਗਰੁੱਪ ਕੀਤਾ ਜਾ ਸਕਦਾ ਹੈ। ਇਸ ਲਈ ਮੈਂ ਇਹ ਵੀ ਚਾਹੁੰਦੀ ਹਾਂ ਕਿ ਤੁਸੀਂ ਇਸ ਨੂੰ ਖੁਦ ਇੱਕ ਅਭਿਆਸ ਦੇ ਰੂਪ ਵਿੱਚ ਕਰੋ ਅਤੇ ਤਸਦੀਕ ਕਰੋ ਕਿ ਬਿਨਾਂ ਅਨਕਪਲਡ ਲੈਡਰ ਆਪਰੇਟਰਾਂ ਦੀ ਵਰਤੋਂ ਕਰਕੇ ਤੁਸੀਂ ਇਹ ਅਨੁਮਾਨ ਲਗਾ ਸਕਦੇ ਹੋ ਕਿ t ਗੁਣਾ x ਕੀ ਹੈ। ਪਰ ਤੁਸੀਂ ਲੈਡਰ ਆਪਰੇਟਰਸ ਵਿੱਚ ਜਾਣ ਤੋਂ ਬਿਨਾਂ ਇਲੈਬੋਰੇਟਲੀ ਵੀ ਕਰ ਸਕਦੇ ਹੋ ਅਤੇ ਤੁਹਾਨੂੰ ਉਹੀ ਜਵਾਬ ਮਿਲਣਾ ਚਾਹੀਦਾ ਹੈ। ਇਸ ਲਈ ਇਹ ਸਿਰਫ ਇਸ ਗੱਲ ਤੇ ਜ਼ੋਰ ਦੇਣ ਲਈ ਹੈ ਕਿ ਜੇਕਰ ਤੁਸੀਂ ਊਰਜਾ ਆਈਗਨ ਸਟੇਟ ਨੰਬਰ ਆਈਗਨ ਸਟੇਟ ਲੈਂਦੇ ਹੋ ਤਾਂ ਐਕਸਪੈਕਟੇਸ਼ਨ ਵੈਲਿਊਜ਼ ਅਸਲ ਵਿੱਚ 0 ਹੁੰਦੀ ਹੈ। ਇਸ ਲਈ ਕਲਾਸੀਕਲ ਨੋਸ਼ਨਸ ਜਾਂ ਕਲਾਸੀਕਲ ਇਕੁਏਸ਼ਨਜ਼ ਨਾਲ ਸੰਪਰਕ ਬਣਾਉਣ ਲਈ ਅਸੀਂ ਇੱਕ ਸੁਪਰਪੋਜ਼ਡ ਸਟੇਟ ਲੈਣਾ ਚਾਹੁੰਦੇ ਹਾਂ। ਅਸੀਂ ਉਸ ਸੁਪਰਪੋਜ਼ਡ ਸਟੇਟ ਨੂੰ ਅਲਫਾ ਕਹਾਂਗੇ ਅਤੇ ਜੇਕਰ ਅਸੀਂ ਸੁਪਰਪੋਜ਼ਡ ਸਟੇਟਸ ਤੇ t ਗੁਣਾ x ਦਾ ਐਕਸਪੈਕਟੇਸ਼ਨ ਵੈਲਿਊ ਲਿਖਦੇ ਹਾਂ ਮੈਂ ਕੁਝ ਪ੍ਰਾਪਤ ਕਰਨਾ ਚਾਹਾਂਗੀ ਜੋ ਕਿ x ਓਮੇਗਾ t ਪਲਸ p0 sin ਓਮੇਗਾ t ਦੇ ਸਮਾਨ ਹੈ। ਮੈਂ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੀ ਹਾਂ। ਇਸ ਲਈ ਅਸੀਂ ਕਰਾਂਗੇ ਕੀ ਹੈ ਅਸੀਂ ਸੁਪਰਪੋਜ਼ਡ ਸਟੇਟ ਨੂੰ ਲੱਭਣਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਸੁਪਰਪੋਜ਼ਡ ਸਟੇਟ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਅਸੀਂ ਜਾਣਦੇ ਹਾਂ ਕਿ ਸੰਖਿਆ ਆਈਗਨ ਸਟੇਟਸ ਇੱਕ ਆਪਰੇਟਰ ਦੀਆਂ ਇੱਕੋ ਸਮੇਂ ਦੀਆਂ ਆਈਗਨ ਸਟੇਟਸ ਨਹੀਂ ਹੁੰਦੀਆਂ ਹਨ ਅਤੇ ਇਹ ਡੈਗਰ ਏ ਠੀਕ ਕਿਉਂ ਇਹ ਡੈਗਰ ਏ ਅਤੇ ਇਹ ਕਮਿਊਟ ਨਹੀਂ ਕਰਦੇ
ਨੰਬਰ ਆਪਰੇਟਰ ਲੈਡਰ ਆਪਰੇਟਰ ਨਾਲ ਕਮਿਊਟ ਨਹੀਂ ਕਰਦਾ। ਕੀ ਇਹ ਸਹੀ ਹੈ? ਇੱਕ ਆਪਰੇਟਰ ਦੇ ਨਾਲ ਨੰਬਰ ਆਪਰੇਟਰ ਦਾ ਕਮਿਊਟੇਟਰ ਕੀ ਹੈ? ਇਹ ਡੈਗਰ ਵਿਦ A ਹੈ, ਜੋ ਕਿ -A ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਕਿਉਂਕਿ ਇਹ ਡੈਗਰ ਵਿਦ A -1 ਹੈ। ਠੀਕ ਹੈ। ਠੀਕ। ਸਾਰੇ ਮੇਰੇ ਨਾਲ ਸਹਿਮਤ ਹੋ? ਇਸ ਲਈ n ਤੇ n ਹੈਟ ਜੇਕਰ ਇਹ n ਟਾਈਮਸ n ਹੈ ਤਾਂ n ਤੇ ਇਹ ਤੁਹਾਨੂੰ ਇੱਕ ਨਵੀਂ ਸਥਿਤੀ ਦੇਵੇਗਾ। ਇਹ n ਆਪਰੇਟਰ ਦੀ ਸਾਈਮਲਟੇਨੀਅਸ ਆਈਗਨ ਸਟੇਟ ਨਹੀਂ ਹੈ। ਸਭ ਤੋਂ ਵੱਧ ਪ੍ਰੋਬੇਬਲੀ ਉਹ ਨਵੀਂ ਸਟੇਟ, ਜਾਂ ਵੱਧ ਪ੍ਰੋਬੇਬਲੀ ਜੇ ਮੈਂ ਕੁਝ ਸਟੇਟ ਅਲਫਾ ਨੂੰ ਆਈਗਨ ਵੈਲਿਊ ਗੁਣਾ ਅਲਫਾ ਲੈ ਸਕਾਂ। ਉਹ ਸਟੇਟ n ਵਰਗੀ ਨਹੀਂ ਹੈ, ਪਰ ਸਟੇਟ ਨੂੰ ਸਟੇਟਸ ਦੀ ਸੁਪਰਪੋਜ਼ਿਸ਼ਨ ਵਜੋਂ ਦੁਬਾਰਾ ਲਿਖਿਆ ਜਾ ਸਕਦਾ ਹੈ। ਮੈਂ ਹਮੇਸ਼ਾ ਉਸ ਸਟੇਟ ਨੂੰ ਇੱਕ ਸੁਪਰਪੋਜ਼ਡ ਸਟੇਟ ਵਜੋਂ ਲਿਖ ਸਕਦੀ ਹਾਂ। ਫਿਰ ਕੀ ਬਚਦਾ ਹੈ? ਅਸੀਂ ਕੀ ਕਰਨਾ ਹੈ? ਸਾਨੂੰ ਆਈਗਨ ਸਟੇਟ ਲੈਡਰ ਆਪਰੇਟਰ ਲੱਭਣਾ ਪਵੇਗਾ। ਪ੍ਰੇਰਣਾ ਇਹ ਹੈ ਕਿ ਅਸੀਂ ਇੱਕ ਸੁਪਰਪੋਜ਼ਡ ਸਟੇਟਸ ਨੂੰ ਲੱਭਣਾ ਚਾਹੁੰਦੇ ਹਾਂ। ਸਿਰਫ ਅਸੀਂ ਇੱਕ ਸੁਪਰਪੋਜ਼ਡ ਸਟੇਟ ਲੱਭਦੇ ਹਾਂ। ਕਹਿ ਲਓ ਕਿ t ਗੁਣਾ x ਦੀ ਐਕਸਪੈਕਟੇਸ਼ਨ ਵੈਲਿਊ ਇਸ ਤਰ੍ਹਾਂ ਹੋਵੇਗੀ, ਕੁਝ ਕਾਂਸਟੈਂਟ ਗੁਣਾ cos ਓਮੇਗਾ t ਪਲਸ ਇੱਕ ਹੋਰ ਕਾਂਸਟੈਂਟ ਗੁਣਾ sin ਓਮੇਗਾ t, ਜੋ ਕਿ ਕਲਾਸੀਕਲ ਇਕੁਏਸ਼ਨ ਹੈ। ਨਹੀਂ ਤਾਂ ਅਸੀਂ t ਗੁਣਾ x ਦਾ ਐਕਸਪੈਕਟੇਸ਼ਨ ਵੈਲਿਊ ਨਹੀਂ ਲੱਭ ਸਕਦੇ, ਜੋ ਕਿ ਇਹਨਾਂ ਓਸਿਲੇਸ਼ਨਸ ਨੂੰ ਦਰਸਾ ਰਿਹਾ ਹੈ। ਅਤੇ ਇਹ ਪਤਾ ਲਗਾਉਣ ਲਈ ਕਿ ਤੁਸੀਂ ਜਿਸ ਸਟੇਟ ਨੂੰ ਲੈਣਾ ਚਾਹੁੰਦੇ ਹੋ ਉਹ ਇਹਨਾਂ ਲੈਡਰ ਆਪਰੇਟਰਸ ਦੀ ਇੱਕ ਆਈਗਨ ਸਟੇਟ ਹੈ। ਕੀ ਅਸੀਂ ਇਹਨਾਂ ਲੈਡਰ ਆਪਰੇਟਰਸ ਦੀਆਂ ਆਈਗਨ ਸਟੇਟਸ ਨੂੰ ਬਣਾ ਜਾਂ ਲੱਭ ਸਕਦੇ ਹਾਂ? ਇਸ ਲਈ ਰੇਜ਼ਿੰਗ ਲੈਡਰ ਆਪਰੇਟਰਸ ਦੀਆਂ ਆਈਗਨ ਸਟੇਟਸ ਵੇਵ ਫੰਕਸ਼ਨਾਂ ਤੇ ਆਈਗਨ ਵੈਲਿਊ ਇਕੁਏਸ਼ਨ ਲਓ। ਕਿਉਂਕਿ ਇਹ ਡੈਗਰ ਪਹਿਲਾ ਆਰਡਰ ਡਿਫਰੈਂਸ਼ੀਅਲ ਆਪਰੇਟਰ ਹੈ ਪੋਜੀਸ਼ਨ ਸਪੇਸ ਵਿੱਚ, ਅਤੇ ਉਮੀਦ ਹੈ ਕਿ ਮੈਂ ਇਸ ਨੂੰ ਹੱਲ ਕਰਨ ਦੇ ਯੋਗ ਹੋਵਾਂ, ਤਾਂ ਪਹਿਲੇ ਆਰਡਰ ਦੇ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਇਸ ਵਿੱਚ AD/dx ਪਲਸ x ਓਨ psi x ਸ਼ਾਮਲ ਹੋਵੇਗਾ। ਪਹਿਲਾ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਲਓ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਹੱਲ ਕਰ ਸਕਦੇ ਹੋ, ਪਰ ਕੀ ਇਹ ਵੇਵ ਫੰਕਸ਼ਨ ਅਲਾਉਡ ਹੈ? ਇਹ ਨੋਰਮਲਾਈਜ਼ੇਬਲ ਹੈ। ਇਹ ਨੋਰਮਲਾਈਜ਼ੇਬਲ ਨਹੀਂ ਹੈ। ਇਹ ਅਲਾਉਡ ਨਹੀਂ ਹੈ। ਇਹ ਉਹ ਹੈ ਜੋ ਅਸੀਂ ਦੇਖਦੇ ਹਾਂ, ਜਾਂ ਇਸ ਦੇ ਬਰਾਬਰ। ਮੈਂ ਇਸ ਆਈਗਨ ਵੈਲਿਊ ਇਕੁਏਸ਼ਨ ਲਈ ਨੋਰਮਲਾਈਜ਼ੇਬਲ ਵੇਵ ਫੰਕਸ਼ਨ ਸੋਲਿਊਸ਼ਨ ਨਹੀਂ ਲੱਭ ਸਕਦੀ। ਕੀ ਅਸੀਂ ਡਾਇਰੈਕਟ ਫਾਰਮਾਲਿਜ਼ਮ ਤੋਂ ਦੇਖ ਸਕਦੇ ਹਾਂ? ਨੰਬਰ ਆਈਗਨ ਸਟੇਟਸ ਦੇ ਇੱਕ ਲੀਨੀਅਰ ਸੁਪਰਪੋਜ਼ਿਸ਼ਨ ਵਜੋਂ psi ਲਿਖ ਸਕਦੇ ਹਾਂ। ਮੈਂ ਇਹ ਦਿਖਾਉਣਾ ਚਾਹੁੰਦੀ ਹਾਂ ਕਿ ਨੋਰਮਲਾਈਜ਼ੇਬਲ ਸੋਲਿਊਸ਼ਨ ਲਈ ਇੱਥੇ ਇੱਕੋ ਇੱਕ ਪੋਸੀਬਲ ਸੋਲਿਊਸ਼ਨ ਹੈ ਕਿ ਸਾਰੇ C0 ਟ੍ਰਿਵੀਅਲ ਹੋਣੇ ਚਾਹੀਦੇ ਹਨ। ਠੀਕ ਹੈ, ਇਹ ਉਹ ਨਲ ਸਟੇਟ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਅਸੀਂ ਇੱਥੇ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਅਤੇ ਅਜਿਹਾ ਕਰੋ। ਇਹ ਡੈਗਰ ਬਟਾ psi ਤੁਹਾਨੂੰ C0√1 ਗੁਣਾ 1 ਪਲਸ C1√2 ਗੁਣਾ 2 ਦੇਵੇਗਾ, ਅਤੇ ਇਸ ਤਰ੍ਹਾਂ, ਅਤੇ ਇਸ ਨੂੰ ਇਨੀਸ਼ੀਅਲ ਸਟੇਟ ਦੇ ਆਈਗਨ ਵੈਲਿਊ ਗੁਣਾ ਦੇ ਬਰਾਬਰ ਕਰੋ। ਹੁਣ ਤੁਸੀਂ ਤੁਲਨਾ ਕਰੋ। ਇਹ ਬੇਸ 0 ਤੋਂ n 0 ਤੋਂ ਇਨਫਿਨਿਟੀ ਦਾ ਪੂਰਾ ਸੈੱਟ ਹੈ। ਜਦੋਂ ਤੁਸੀਂ ਤੁਲਨਾ ਕਰਦੇ ਹੋ ਤਾਂ ਇੱਥੇ ਸੱਜੇ ਪਾਸੇ 0 ਕੇਟ ਤੇ ਕੋਈ 0 ਕੇਟ ਨਹੀਂ ਹੈ। ਇੱਥੇ ਕੋਈ ਐਨਾਲਾਗ ਨਹੀਂ ਹੈ। ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਦੋਵੇਂ ਮੈਚ ਕਰ ਸਕਦੇ ਹੋ। 0 ਕਰਨ ਲਈ C0 ਕੋਐਫੀਸ਼ੀਐਂਟ ਭਰੋ। ਜੇਕਰ ਤੁਸੀਂ C0 ਨੂੰ 0 ਬਣਾਉਂਦੇ ਹੋ, ਤਾਂ ਕੇਟ 1 ਖਤਮ ਹੋ ਜਾਂਦਾ ਹੈ, ਅਤੇ ਫਿਰ C1 ਨੂੰ 0 ਹੋਣਾ ਚਾਹੀਦਾ ਹੈ, ਅਤੇ ਇਸ ਤਰ੍ਹਾਂ ਹੀ ਅੱਗੇ। ਪੋਸਿਬਿਲਿਟੀ ਕੀ ਹੈ? ਸਿਰਫ ਟ੍ਰਿਵੀਅਲ ਸੋਲਿਊਸ਼ਨ C0 C1 ਅਤੇ ਅੱਗੇ ਤੱਕ। ਇਹ ਡੈਗਰ ਦੀ ਆਈਗਨ ਸਟੇਟ ਲਈ ਸਾਰੇ ਕੋਐਫੀਸ਼ੀਐਂਟਸ 0 ਹਨ। ਆਓ ਅਸੀਂ ਇਹ ਆਪਰੇਟਰ ਲਈ ਇਹੋ ਚੀਜ਼ ਨੂੰ ਦੁਬਾਰਾ ਕਰੀਏ। ਇਹ ਆਪਰੇਟਰ ਸਿਰਫ ਫਰਕ ਇਹ ਹੈ ਕਿ ਇੱਥੇ ਡਿਫਰੈਂਸ਼ੀਅਲ ਆਪਰੇਟਰ ਦਾ ਇੱਕ ਵੱਖਰਾ ਚਿੰਨ੍ਹ ਹੋਵੇਗਾ। ਇਹ ਪਲਸ IP ਮਾਈਨਸ IP ਬਣ ਗਿਆ ਹੈ, ਜਾਂ ਇਸ ਦੇ ਉਲਟ। ਕੀ ਤੁਸੀਂ ਇਹ ਕਰ ਸਕਦੇ ਹੋ ਅਤੇ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਮਿਲੇਗਾ? ਅਜਿਹਾ ਕਰਨ ਦੀ ਕੋਸ਼ਿਸ਼ ਕਰੋ। ਮੈਂ ਇਸ ਨੂੰ x ਦੇ ਅਲਫਾ ਦੇ ਤੌਰ ਤੇ ਲੈ ਰਹੀ ਹਾਂ।
ਕੀ ਤੁਸੀਂ ਪਹਿਲੇ ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਦੁਬਾਰਾ ਸੋਲਿਊਸ਼ਨ ਕਰ ਸਕਦੇ ਹੋ? ਅਤੇ ਦੇਖੋ ਕਿ ਕੀ ਤੁਹਾਨੂੰ ਕੋਈ ਸੋਲਿਊਸ਼ਨ ਮਿਲਦਾ ਹੈ। ਕੀ ਇਹ ਨੋਰਮਲਾਈਜ਼ੇਬਲ ਹੈ ਜਾਂ ਨਹੀਂ? ਇਹ ਨੋਰਮਲਾਈਜ਼ੇਬਲ ਹੈ। ਇਸ ਲਈ ਘੱਟੋ ਘੱਟ ਮੇਰੇ ਕੋਲ ਇੱਕ ਸੰਕੇਤ ਹੈ ਕਿ ਮੈਂ ਇੱਕ ਆਪਰੇਟਰ ਦੀਆਂ ਆਈਗਨ ਸਟੇਟਸ ਲਈ ਨੋਰਮਲਾਈਜ਼ੇਬਲ ਵੇਵ ਫੰਕਸ਼ਨ ਲੱਭ ਸਕਦੀ ਹਾਂ। ਇਹ ਵੇਵ ਫੰਕਸ਼ਨ ਮੈਂ ਸਟੇਟ ਅਲਫਾ ਲਿਖਣਾ ਚਾਹੁੰਦੀ ਹਾਂ। ਇਸ ਲਈ ਨੰਬਰ ਆਪਰੇਟਰ ਆਈਗਨ ਆਧਾਰ ਦੇ ਟਰਮਜ਼ ਵਿੱਚ ਸਟੇਟ ਅਲਫਾ ਨੂੰ ਦੁਬਾਰਾ ਲਿਖੋ। ਮੇਰਾ ਉਦੇਸ਼ ਕੀ ਹੈ? ਮੈਂ ਸਾਰੇ dn ਨੂੰ ਡਿਟਰਮਿਨ ਕਰਨਾ ਚਾਹੁੰਦੀ ਹਾਂ। ਮੈਂ ਜਾਣਦੀ ਹਾਂ ਕਿ ਇਹ ਇਗਜ਼ਿਸਟ ਹਨ, ਪਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਕੋਐਫੀਸ਼ੀਐਂਟਸ ਅਸਲ ਵਿੱਚ ਕੀ ਹਨ। ਤੁਸੀਂ ਇਹ ਕਿਵੇਂ ਕਰਦੇ ਹੋ? ਤੁਸੀਂ ਇਹ ਕਿਵੇਂ ਕਰੋਗੇ? a ਤੇ ਅਲਫਾ ਅਤੇ ਫਿਰ a ਤੇ n ਅਤੇ ਆਈਗਨ ਵੈਲਿਊ ਇਕੁਏਸ਼ਨ ਲਿਖੋ। ਕਿਰਪਾ ਕਰਕੇ ਇਸ ਨੂੰ ਆਪਣੇ ਆਪ ਕਰੋ ਅਤੇ ਫਿਰ ਕੇਟ 0 ਦੀ ਤੁਲਨਾ ਕੇਟ 0 ਕੇਟ 1 ਨਾਲ ਕਰੋ ਅਤੇ ਕੋਐਫੀਸ਼ੀਐਂਟਸ ਨੂੰ ਰਿਲੇਟ ਕਰੋ। ਅਲਫਾ ਗੁਣਾ d0 d1 ਹੋਵੇਗਾ। ਅਲਫਾ ਗੁਣਾ d1 d2 ਗੁਣਾ ਰੂਟ 1 ਹੋਵੇਗਾ। ਇੱਥੋਂ d0 ਟਰਮਜ਼ ਵਿੱਚ ਸਾਰੇ ਕੋਐਫੀਸ਼ੀਐਂਟ ਨੂੰ ਡਿਟਰਮਾਈਨ ਕੀਤਾ ਜਾ ਸਕਦਾ ਹੈ। ਕੀ ਤੁਸੀਂ ਸਮਝ ਰਹੇ ਹੋ? dn d0 ਦੇ ਪ੍ਰੋਪੋਰਸ਼ਨਲ ਹੈ ਅਤੇ ਪ੍ਰੋਪੋਰਸ਼ਨੈਲਿਟੀ ਅਲਫਾ ਦੀ ਪਾਵਰ n ਬਟਾ ਰੂਟ n ਫੈਕਟੋਰੀਅਲ ਹੈ, ਜਿੱਥੇ ਅਲਫਾ ਸਟੇਟ ਕੇਟ ਅਲਫਾ ਸਟੇਟ ਦੀ ਇੱਕ ਆਈਗਨ ਵੈਲਿਊ ਹੈ ਅਤੇ ਇਹ ਹੇਠਲੇ ਲੈਡਰ ਆਪਰੇਟਰ ਲਈ ਇੱਕ ਆਈਗਨ ਵੈਲਿਊ ਇਕੁਏਸ਼ਨ ਹੈ। ਠੀਕ ਹੈ, ਇਸ ਲਈ ਅਸੀਂ ਅਸਲ ਵਿੱਚ ਇਹ ਡਿਟਰਮਿਨ ਕਰ ਲਿਆ ਹੈ ਕਿ ਅਲਫਾ ਕੀ ਹੈ ਅਤੇ ਤੁਸੀਂ d0 ਦਾ ਨਾਰਮਲਾਈਜ਼ੇਸ਼ਨ ਕਿਵੇਂ ਠੀਕ ਕਰਦੇ ਹੋ? ਕਹੋ ਕਿ ਅਲਫਾ ਨਾਰਮਲਾਈਜ਼ੇਸ਼ਨ ਸਟੇਟ ਹੈ ਅਤੇ ਤੁਸੀਂ ਨਾਰਮਲਾਈਜ਼ੇਸ਼ਨ ਕੰਡੀਸ਼ਨ ਦੁਆਰਾ ਠੀਕ ਕਰਦੇ ਹੋ। d0 ਕੀ ਨਹੀਂ ਹੋਣਾ ਚਾਹੀਦਾ? ਕੀ ਤੁਸੀਂ ਠੀਕ ਕਰ ਸਕਦੇ ਹੋ? ਹੁਣ ਨਾਰਮਲਾਈਜ਼ੇਸ਼ਨ ਕੰਡੀਸ਼ਨ ਦੀ ਵਰਤੋਂ ਕਰਦੇ ਹੋਏ, ਇਸ ਲਈ d0 ਦੇ ਟਰਮਜ਼ ਵਿੱਚ ਅਲਫਾ ਸਟੇਟ ਲਿਖੀ ਗਈ ਹੈ। ਮੈਂ ਇਸ ਨੂੰ ਇੱਥੇ ਦੁਬਾਰਾ ਲਿਖਿਆ ਹੈ ਅਤੇ ਮੈਂ ਤੁਹਾਨੂੰ ਇਹ ਵੀ ਦੱਸਿਆ ਹੈ ਕਿ ਕੇਟ n ਨੂੰ ਰੇਜ਼ਿੰਗ ਆਪਰੇਟਰ ਵਜੋਂ ਲਿਖਿਆ ਜਾ ਸਕਦਾ ਹੈ ਜੋ n ਪਾਵਰ ਬਟਾ ਰੂਟ n ਫੈਕਟੋਰੀਅਲ ਹੈ। ਇਹ ਰੂਟ n ਹੈ, ਇਸ ਲਈ ਇਕੱਠੇ ਤੌਰ ਤੇ ਇੱਕ n ਫੈਕਟੋਰੀਅਲ ਬਣ ਜਾਂਦਾ ਹੈ। ਇਹ ਅਲਫਾ ਸਟੇਟ ਨੂੰ ਲਿਖਣ ਦੇ ਵੱਖ-ਵੱਖ ਤਰੀਕੇ ਹਨ ਜੋ ਕਿ ਆਈਗਨ ਵੈਲਿਊ ਅਲਫਾ ਦੇ ਨਾਲ ਆਪਰੇਟਰ ਦੀ ਇੱਕ ਆਈਗਨ ਸਟੇਟ ਹੈ। ਕਿਰਪਾ ਕਰਕੇ ਨਾਰਮਲਾਈਜ਼ੇਸ਼ਨ ਕੰਡੀਸ਼ਨ ਬਣਾਓ। ਆਮ ਤੌਰ ਤੇ ਅਲਫਾ ਗੁੰਝਲਦਾਰ ਹੋ ਸਕਦਾ ਹੈ ਕਿਉਂਕਿ ਇੱਕ ਆਪਰੇਟਰ ਇੱਕ ਲੀਨੀਅਰ ਆਪਰੇਟਰ ਹੈ, ਇੱਕ ਹਰਮਿਟੀਅਨ ਆਪਰੇਟਰ ਨਹੀਂ ਹੈ। ਜੇ ਇਹ ਇੱਕ ਹਰਮਿਟੀਅਨ ਆਪਰੇਟਰ ਸੀ ਤਾਂ ਮੈਂ ਜ਼ੋਰ ਦੇ ਕੇ ਕਹਿ ਸਕਦੀ ਹਾਂ ਕਿ ਅਲਫਾ ਅਸਲੀ ਹੈ। ਪਰ ਕਿਉਂਕਿ ਇੱਕ ਹਰਮਿਟੀਅਨ ਆਪਰੇਟਰ ਨਹੀਂ ਹੈ, ਇਹ ਡੈਗਰ ਦੇ ਬਰਾਬਰ ਨਹੀਂ ਹੈ। ਇਸ ਲਈ ਅਲਫਾ ਜੇਨਰਲੀ ਆਈਗਨ ਵੈਲਿਊ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਨੋਰਮ ਲੈਂਦੇ ਹੋ ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਲਫਾ ਅਲਫਾ ਸਟਾਰ। ਕਿਰਪਾ ਕਰਕੇ ਅਜਿਹਾ ਕਰੋ ਅਤੇ ਮੋਡ ਅਲਫਾ ਸਕੁਏਅਰਡ ਅਲਫਾ ਅਲਫਾ ਸਟਾਰ ਹੈ ਅਤੇ ਕੁਝ ਹੋਰ ਅਭਿਆਸ ਇੱਥੇ ਹਨ। ਤੁਸੀਂ ਇਸ ਨੂੰ ਦੇਖ ਸਕਦੇ ਹੋ। ਇੱਕ ਵਾਰ ਮੁੜ ਲਿਖੋ। ਮੇਰੇ ਕੋਲ d0 ਹੈ। ਤੁਸੀਂ d0 ਨੂੰ ਇੱਥੇ ਲਿਖ ਸਕਦੇ ਹੋ। ਇੱਥੇ ਲਿਖ ਸਕਦੇ ਹੋ। ਤੁਸੀਂ ਇਸ ਨੂੰ ਕੰਪੈਕਟਲੀ ਵੀ ਲਿਖ ਸਕਦੇ ਹੋ। ਇਹ ਐਕਸਪੈਂਸ਼ਨ ਕੀ ਹੈ? ਇਹ ਐਕਸਪੈਂਸ਼ਨ ਅਲਫਾ ਇਹ ਡੈਗਰ ਦੇ ਐਕਸਪੋਨੈਂਸ਼ੀਅਲ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ ਮੈਂ ਹੁਣ ਸਿਰਫ ਆਪਰੇਟਰਸ ਨਾਲ ਖੇਡ ਰਹੀ ਹਾਂ। ਇਹ ਇੱਕ ਅਲਾਉਡ ਸੁਪਰਪੋਜ਼ਡ ਸਟੇਟ ਹੈ ਜੋ ਕਿ ਆਈਗਨ ਵੈਲਿਊ ਅਲਫਾ ਦੇ ਨਾਲ ਲੋਅਰਿੰਗ ਲੈਡਰ ਆਪਰੇਟਰ ਦੀ ਇੱਕ ਆਈਗਨ ਸਟੇਟ ਹੈ। ਅਲਫਾ ਜਨਰਲ ਕੰਪਲੈਕਸ ਵਿੱਚ ਹੈ ਅਤੇ ਤੁਸੀਂ ਇਸ ਨੂੰ ਐਕਸਪੋਨੈਂਸ਼ੀਅਲ ਆਪਰੇਟਰ ਦੇ ਰੂਪ ਵਿੱਚ ਲਿਖ ਸਕਦੇ ਹੋ। ਕੀ ਮੈਂ ਇੱਥੇ ਕੁਝ ਐਕਸਪੋਨੈਂਸ਼ੀਅਲ ਆਪਰੇਟਰ ਵੀ ਜੋੜ ਸਕਦੀ ਹਾਂ? ਕੀ ਮੈਨੂੰ ਕੇਟ 0 ਤੋਂ ਪਹਿਲਾਂ ਅਲਾਉਡ ਹੈ? ਮੈਂ ਕਿਸੇ ਆਪਰੇਟਰ ਦੇ ਐਕਸਪੋਨੈਂਸ਼ੀਅਲ ਆਪਰੇਟਰ ਦੇ ਕਿਸੇ ਵੀ ਫੰਕਸ਼ਨ ਦੁਆਰਾ ਕੰਮ ਕਰ ਸਕਦੀ ਹਾਂ। ਇਹ ਕੀ ਹੋਵੇਗਾ? 0 ਜਾਂ 1 ਪਹਿਲੀ ਟਰਮ ਦਾ ਕੰਟਰੀਬਿਊਟ ਹੋਵੇਗਾ। ਇਹ ਇੱਕ ਆਈਡੈਂਟਿਟੀ ਆਪਰੇਟਰ ਵਾਂਗ ਵਿਵਹਾਰ ਕਰੇਗਾ, ਠੀਕ ਹੈ। ਇਸ ਲਈ ਮੈਂ ਅਲਫਾ d0 ਲਿਖਿਆ ਹੈ। ਸਮੇਸ਼ਨ ਬਟਾ n ਅਲਫਾ ਪਾਵਰ n ਇਹ ਡੈਗਰ ਮਾਫ ਕਰਨਾ, ਮੈਂ ਇਸ ਨੂੰ n ਸਟੇਟ ਦੇ ਤੌਰ ਤੇ ਲਿਖ ਸਕਦੀ ਹਾਂ ਜੋ ਮੈਂ ਇਸ ਨੂੰ d0 n ਦੀ ਪਾਵਰ ਅਲਫਾ ਰੂਟ n ਫੈਕਟੋਰੀਅਲ ਅਤੇ n ਦੀ ਪਾਵਰ ਇਹ ਡੈਗਰ ਬਟਾ 0 ਤੇ ਰੂਟ n ਫੈਕਟੋਰੀਅਲ ਵਜੋਂ ਲਿਖ ਸਕਦੀ ਹਾਂ ਅਤੇ ਅਸੀਂ ਅਲਫਾ ਨੂੰ 1 ਹੋਣ ਲਈ ਫਿਕਸ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ d0 ਨੂੰ
ਮੋਡ ਅਲਫਾ ਸਕੁਏਅਰ ਬਟਾ 2 ਦੀ ਪਾਵਰ ਨੂੰ e ਪ੍ਰਾਪਤ ਕਰੋਗੇ। ਇਹ ਮੈਂ ਚਾਹੁੰਦੀ ਹਾਂ ਕਿ ਤੁਸੀਂ ਅਭਿਆਸ ਕਰੋ, ਕਿਰਪਾ ਕਰਕੇ ਇਸ ਨੂੰ ਦੇਖੋ ਅਤੇ ਤੁਸੀਂ ਅਲਫਾ ਨੂੰ a ਦੀ ਪਾਵਰ ਮਾਈਨਸ ਮੋਡ ਅਲਫਾ ਦੇ ਸਕੁਏਅਰਡ ਬਟਾ 2 e ਅਲਫਾ ਇਹ ਡੈਗਰ ਲਿਖ ਸਕਦੇ ਹੋ। ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਮੈਂ ਕੁਝ a ਗੁਣਾ 0 ਵੀ ਪਾ ਸਕਦੀ ਹਾਂ। ਕੀ ਇਹ ਅਲਾਉਡ ਹੈ? ਕਿਉਂ? ਇਹ 1 ਪਲਸ a ਸਕੁਏਅਰ ਬਟਾ 2 ਫੈਕਟੋਰੀਅਲ ਅਤੇ ਇਸੇ ਤਰ੍ਹਾਂ 0 ਤੇ ਇਹ ਹਮੇਸ਼ਾ 0 ਹੁੰਦਾ ਹੈ। e ਤੋਂ 0 ਤੇ ਇਹ ਹੋਵੇਗਾ। ਇਹ ਹਮੇਸ਼ਾ ਉਹੀ ਸਟੇਟ ਰਹੇਗੀ। ਇਹ ਇੱਕ ਆਈਡੈਂਟਿਟੀ ਆਪਰੇਟਰ ਦੀ ਤਰ੍ਹਾਂ ਹੋਵੇਗੀ। ਠੀਕ ਹੈ, ਮੈਂ ਇੱਕ ਸੁਵਿਧਾਜਨਕ ਫੈਕਟਰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਇੰਟਰੋਡਿਊਸਿੰਗ ਦਾ ਕਾਰਨ ਇੱਥੋਂ ਸਪਸ਼ਟ ਹੋ ਜਾਵੇਗਾ, ਜੋ ਇੱਕ ਆਈਡੈਂਟਿਟੀ ਤੋਂ ਬਾਅਦ ਹੈ। ਜੇਕਰ ਤੁਸੀਂ ਦੋ ਆਪਰੇਟਰ ਚਾਹੁੰਦੇ ਹੋ, a ਅਤੇ b ਨੂੰ ਇਹ ਡੈਗਰ ਵਜੋਂ ਲਓ। ਇਹ ਡੈਗਰ ਨਾਲ a ਦਾ ਕਮਿਊਟੇਟਰ ਕਾਂਸਟੈਂਟ ਹੈ। ਇਸ ਦੀ ਆਈਡੈਂਟਿਟੀ ly ਦੇ ਨਾਲ lx ਦਾ ਕਮਿਊਟੇਟਰ। ਕੀ ਇਹ ਇੱਕ ਕਾਂਸਟੈਂਟ ਹੈ ਜਾਂ ਕੋਈ ਨਵਾਂ ਆਪਰੇਟਰ? ਇਹ ਇੱਕ ਨਵਾਂ ਆਪਰੇਟਰ ਹੈ। ਉੱਥੇ ਤੁਸੀਂ ਇਸ ਆਈਡੈਂਟਿਟੀ ਦੀ ਵਰਤੋਂ ਨਹੀਂ ਕਰ ਸਕਦੇ। ਤੁਸੀਂ ਇਸ ਆਈਡੈਂਟਿਟੀ ਦੀ ਵਰਤੋਂ ਕਰ ਸਕਦੇ ਹੋ ਸਿਰਫ ਤਾਂ ਹੀ ਜੇਕਰ ਦੋ ਆਪਰੇਟਰਾਂ ਦਾ ਕਮਿਊਟੇਟਰ ਇੱਕ ਕਾਂਸਟੈਂਟ ਹੈ। x ਅਤੇ p ਲਈ ਤੁਸੀਂ ਵਰਤ ਸਕਦੇ ਹੋ। ਤੁਸੀਂ ਇਸ ਨੂੰ a ਅਤੇ a ਡੈਗਰ ਲਈ ਵਰਤ ਸਕਦੇ ਹੋ। ਤੁਸੀਂ ਕਿਸੇ ਹੋਰ ਆਪਰੇਟਰ ਲਈ ਵਰਤ ਸਕਦੇ ਹੋ ਜਿਸ ਕੋਲ ਇਹ ਵਿਸ਼ੇਸ਼ਤਾ ਹੈ। ਠੀਕ ਹੈ। ਆਈਡੈਂਟਿਟੀ ਕੀ ਹੈ? ਆਈਡੈਂਟਿਟੀ ਦੋ ਐਕਸਪੋਨੈਂਸ਼ੀਅਲ ਆਪਰੇਟਰਾਂ ਦਾ ਪ੍ਰੋਡਕਟ ਗੁਣਾ ਜੋ ਕਮਿਊਟੇਟਰ ਦੇ ਨੈਗੇਟਿਵ ਐਕਸਪੋਨੈਂਸ਼ੀਅਲ ਬਟਾ 2 ਹੈ। ਤੁਸੀਂ ਇਸ ਨੂੰ a ਪਲਸ b ਦੇ ਐਕਸਪੋਨੈਂਸ਼ੀਅਲ ਵਜੋਂ ਦੁਬਾਰਾ ਲਿਖ ਸਕਦੇ ਹੋ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਇਸ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਤੁਸੀਂ ਪੁਸ਼ਟੀ ਕਰ ਸਕਦੇ ਹੋ ਅਤੇ ਇਹ ਉਹ ਆਈਡੈਂਟਿਟੀ ਹੈ ਜੋ ਅਸੀਂ ਵਰਤਣ ਜਾ ਰਹੇ ਹਾਂ। ਇਸ ਲਈ ਤੁਸੀਂ ਜਾਂਚ ਕਰ ਸਕਦੇ ਹੋ ਕਿ ਕੀ ਤੁਸੀਂ ਇਸ ਅਲਫਾ ਸਟਾਰ ਨੂੰ ਨੈਗੇਟਿਵ ਚਿੰਨ੍ਹ ਦੇ ਨਾਲ ਲੈਂਦੇ ਹੋ, ਤਾਂ ਤੁਹਾਨੂੰ ਇਹ ਕਮਿਊਟੇਟਰ ਦੇ ਤੌਰ ਤੇ ਮਿਲੇਗਾ। ਤੁਸੀਂ ਅਲਫਾ ਸਟੇਟ ਨੂੰ ਐਕਸਪੋਨੈਂਸ਼ੀਅਲ ਤੇ ਕੰਪੈਕਟਲੀ ਦੁਬਾਰਾ ਲਿਖ ਸਕਦੇ ਹੋ। ਦੋ ਆਪਰੇਟਰਾਂ ਦਾ ਜੋੜ ਲਗਾਓ। e ਤੋਂ a ਗੁਣਾ e ਤੋਂ b ਵਰਗਾ ਨਹੀਂ। e ਤੋਂ a ਪਲਸ b e ਤੋਂ a ਵਰਗਾ ਨਹੀਂ ਹੈ। ਇਹ ਕਦੋਂ ਸਮਾਨ ਹੋਵੇਗਾ? ਜੇਕਰ ਇੱਕ ਕਮਿਊਟੇਟਰ 0 ਹੋਵੇ। ਠੀਕ ਹੈ। ਨਹੀਂ ਤਾਂ e ਤੋਂ a ਪਲਸ b e ਤੋਂ a e ਤੋਂ b ਬਹੁਤ ਵੱਖਰਾ ਹੈ। ਸਪਸ਼ਟ ਰਿਲੇਸ਼ਨ ਇਸ ਦੇ ਮਾਈਨਸ ਕਮਿਊਟੇਟਰ ਨਾਲ e ਤੋਂ a e ਤੋਂ b e ਤੋਂ ਮਾਈਨਸ ਇਸ ਦਾ ਕਮਿਊਟੇਟਰ ਹੈ। ਇਹ ਰਿਲੇਸ਼ਨ ਸਿਰਫ ਆਪਰੇਟਰਾਂ ਲਈ ਸਹੀ ਹੈ ਜੋ ਇਸ ਕੰਡੀਸ਼ਨ ਨੂੰ ਪੂਰਾ ਕਰਦੇ ਹਨ। ਤੁਸੀਂ ਇਸ ਨੂੰ ਦੂਜੇ ਆਪਰੇਟਰਾਂ ਲਈ ਲਾਗੂ ਨਹੀਂ ਕਰ ਸਕਦੇ ਹੋ। ਇਤਫਾਕਨ d ਆਪਰੇਟਰ ਦੀ ਵਿਸ਼ੇਸ਼ਤਾ ਕੀ ਹੈ? ਕੀ ਇਹ ਯੂਨਿਟਰੀ ਹੋਵੇਗਾ? ਮੈਂ ਤੁਹਾਡੇ ਸਾਰੀਆਂ ਚੀਜ਼ਾਂ ਦੀ ਜਾਂਚ ਕਰਨ ਲਈ ਛੱਡਦੀ ਹਾਂ। ਇਹ ਯੂਨਿਟਰੀ ਹੋਵੇਗਾ। ਠੀਕ, ਬਹੁਤ ਆਸਾਨ। ਹਾਂਜੀ, ਨੋਰਮ ਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ ਅਤੇ ਤੁਸੀਂ ਦਿਖਾ ਸਕਦੇ ਹੋ ਕਿ ਇਹ ਯੂਨਿਟਰੀ ਹੈ। ਠੀਕ ਹੈ, ਤਾਂ ਡਿਸਪਲੇਸਮੈਂਟ ਆਪਰੇਟਰਾਂ ਦੀਆਂ ਵਿਸ਼ੇਸ਼ਤਾਵਾਂ ਜੋ ਮੈਂ ਤੁਹਾਨੂੰ ਦੇਵਾਂਗੀ ਤੁਹਾਡੇ ਅਸਾਈਨਮੈਂਟ ਵਿੱਚ ਵੀ। ਅਤੇ ਇਤਫਾਕਨ ਇਸ ਅਲਫਾ ਨੂੰ ਕੋਹੇਰੈਂਟ ਸਟੇਟ ਕਿਹਾ ਜਾਂਦਾ ਹੈ, ਜੋ ਕਿ ਲੋਅਰਿੰਗ ਆਪਰੇਟਰ ਦੀ ਇੱਕ ਆਈਗਨ ਸਟੇਟ ਹੈ। ਅਤੇ ਇਹ ਤੁਹਾਡੀਆਂ ਸਾਰੀਆਂ ਕਲਾਸੀਕਲ ਇਕੁਏਸ਼ਨਸ ਓਸੀਲੇਟਰ ਇਕੁਏਸ਼ਨ ਨੂੰ ਦੁਬਾਰਾ ਤਿਆਰ ਕਰੇਗੀ। ਇਸ ਤੋਂ ਮੇਰਾ ਮਤਲਬ ਹੈ ਕਿ ਜੇਕਰ ਤੁਸੀਂ ਕੋਹੇਰੈਂਟ ਸਟੇਟ ਵਿੱਚ t ਗੁਣਾ x ਦਾ ਐਕਸਪੈਕਟੇਸ਼ਨ ਵੈਲਿਊ ਲੈਂਦੇ ਹੋ ਤਾਂ ਤੁਸੀਂ ਆਪਣੇ ਨਤੀਜਿਆਂ ਨੂੰ ਦੁਬਾਰਾ ਪੇਸ਼ ਕਰੋਗੇ ਜੋ ਤੁਸੀਂ ਅਧਿਐਨ ਕੀਤਾ ਹੈ। ਠੀਕ ਹੈ। ਇੱਥੇ ਮੈਂ ਰੁਕਦੀ ਹਾਂ। ਹਾਂਜੀ,